परम सत्कारयोग सतगुरां दी साजी निवाजी गुरु रूप प्यारी साध संगत जी, गुरु दरबार दीयां हाजरियां नितनेम कर्म अनुसार भरदे हां तां कि जिहड़ी ये परमात्मा वल्लों जिंदगी मिली है, इस जिंदगी नूं इन्ना सिज लिया जावे, सवार लिया जावे कि इहदा मुड़ के दोबारा संसार दे विच जन्म ना होवे। क्योंकि जन्म उन्हां दा सफल है जिन्हां दा दोबारे जन्म ना होवे। मरना उन्हां दा सफला मन्निया गया है जिन्हां दा दोबारे मरण ना होवे। किसी कवि ने कलम दे नाल लिखिया, जातो की जसिया पनमंग ना जन्मंग, मृत्यु की जसिया पनमंग ना मृत्यु। परमात्मा दे चरनां दे विच बैठ करके बाणी नूं पढ़ना, बाणी नूं जपना करदे हां तां कि जिंदगी बदल जावे। बाणी नूं पढ़न वेले सारे दा सारा ध्यान बंदे नूं बाहर रखना पैंदा है। अखां खुल्लियां रखणियां ने, गुटका साहिब ते नज़रां रखणियां हन, बाणी पढ़नी है। बाणी नूं पढ़न दे विच अते बाणी दा जप करन दे विच बहुत वड्डा फर्क है। जिहड़े बंदे लगातार 2-2 घंटे बैठ के बाणी पढ़ सकते ने, और 2 मिनट बैठ के बाणी का जप नहीं कर सकते। बहुत औखा है। बाणी पढ़नी बड़ी सौखी है, आसान तरीके दे नाल पढ़ी जा सकती है, पर बाणी पढ़न दे बाणी का सानू पता लग जाता है किहड़े भगत दी है, कित्थे उचारण कीती, की उपदेश है। ये सब कुछ जप करन दे नाल बंदे दी जिहड़ी जिंदगी है ये बदलाव दे विच आउंदी है। बाणी पढ़न वेले नेत्र खुले रखने ने, बाहर ध्यान रखना है। जिहड़े गुरमुख सज्जन जन बाणी पढ़ते हैं, गुरबाणी का जप करन वेले नेत्र बंद रखने ने ते ध्यान नूं अंदरमुखी करना है। दुनियादारी दे विच, धार्मिक दुनिया दे विच सब तो औखा काम है अपने ध्यान नूं अंदर लेके जाना। जिन्हां ने अपने ध्यान नूं हमेशा अंदर लेके गए ने, जिन्हां ने जप कीता है, ਉਹ ਤੇ अज तक भी उन्हां दे बोल जिहड़े ने ਉਹ समाज विच चलते ने। कल्ले उन्हां दे बोल ही नहीं चलते, परमात्मा ने खुद भी उन्हां दे कारज रस कीते ने। भगत त्रिलोचन जी जप करते ने, जप करदियां करदियां इन्हां दा जप करना एक दिन परमात्मा दे दर ते प्रवान हो गया। परमात्मा प्रगट रूप दे विच आए, त्रिलोचन तेरा कीता होया जप जिहड़ा है वह प्रवान हो गया है।
ਹੁਣ ਤੂੰ ਜੋ ਵੀ ਮੰਗ ਮੰਗਣੀ ਹੈ ਉਹ ਮੰਗ ਸਕਦਾ ਹੈ। ਪਰਮਾਤਮਾ ਕਹਿੰਦੇ ਅਸੀਂ ਤੈਨੂੰ ਦੇਵਾਂਗੇ। ਤਰਲੋਚਨ ਭਗਤ ਨੇ ਇੱਕ ਮੰਗ ਮੰਗੀ ਕਿ ਐ ਮੇਰੇ ਪਰਮਾਤਮਾ, ਮੈਂ ਚਾਹੁੰਦਾ ਕਿ ਤੁਸੀਂ ਮੇਰੇ ਘਰ ਰਹੋ, ਮੇਰੇ ਘਰ ਰਹੋ ਤੇ ਮੇਰੀਆਂ ਅੱਖੀਆਂ ਦੇ ਹਮੇਸ਼ਾ ਤੁਸੀਂ ਸਾਹਮਣੇ ਰਹੋ। ਮੇਰੀ ਇੱਛਾ ਹੈ ਮੇਰੀਆਂ ਅੱਖੀਆਂ ਤੁਹਾਨੂੰ ਦੇਖਦੀਆਂ ਰਹਿਣ। ਪਰਮਾਤਮਾ ਜੀ ਕਹਿਣ ਲੱਗੇ, ਠੀਕ ਹੈ, ਜੋ ਤੂੰ ਬੇਨਤੀਆਂ ਕਰਦਾ ਹੈ ਅਸੀਂ ਤੇਰੇ ਘਰ ਰਹਿ ਲੈਂਦੇ ਹਾਂ। ਚੱਲ ਇਕੱਲਾ ਘਰ ਹੀ ਨਹੀਂ ਰਵਾਂਗੇ, ਤੇਰੇ ਨਾਲ ਅਸੀਂ ਕੰਮ ਧੰਦਿਆਂ ਦੇ ਵਿੱਚ ਵੀ ਹੱਥ ਵਟਾਵਾਂਗੇ। ਤੇਰੇ ਨਾਲ ਅਸੀਂ ਕੰਮ ਧੰਦਿਆਂ ਦੇ ਵਿੱਚ ਵੀ ਹੱਥ ਵਟਾਵਾਂਗੇ। ਪਰ ਸਾਡਾ ਇੱਕ ਬਚਨ ਤਰਲੋਚਨ ਤੂੰ ਚੇਤੇ ਰੱਖੀ, ਜਿੰਨਾ ਟਾਈਮ ਵੀ ਤੂੰ ਕਵੇਂ ਅਸੀਂ ਤੇਰੇ ਘਰ 'ਚ ਰਹਿਣ ਵਾਸਤੇ ਤਿਆਰ ਹੈ, ਪਰ ਤੂੰ ਕਦੇ ਜਾਂ ਤੇਰੀ ਧਰਮ ਸਪਤਨੀ ਸਾਡੀ ਕਦੇ ਤੁਸੀਂ ਨਿੰਦਿਆ ਨਾ ਕਰਿਓ। ਜੇ ਤੁਸੀਂ ਸਾਡੀ ਨਿੰਦਿਆ ਕੀਤੀ ਫਿਰ ਅਸੀਂ ਤੇਰੇ ਘਰ ਦੇ ਵਿੱਚੋਂ ਚਲੇ ਜਾਵਾਂਗੇ। ਤਰਲੋਚਨ ਕਹਿਣ ਲੱਗਿਆ, ਐ ਮੇਰੇ ਪਰਮਾਤਮਾ, ਮੈਂ ਤੇ ਲੰਮਾ ਟਾਈਮ ਜਪ ਤਪ ਕਰਕੇ ਤੁਹਾਨੂੰ ਅੱਖੀਆਂ ਦੇ ਸਾਹਮਣੇ ਲੈ ਕੇ ਆਂਦਾ ਹੈ, ਤੇ ਹੁਣ ਮੈਂ ਤੁਹਾਡੀ ਨਿੰਦਿਆ ਕਿਉਂ ਕਰਾਂਗਾ? ਇਹ ਨਹੀਂ ਹੋ ਸਕਦਾ। ਤਰਲੋਚਨ ਨੇ ਆਪਣੀ ਧਰਮ ਸਪਤਨੀ ਨੂੰ ਵੀ ਕਿਹਾ, ਕਹਿੰਦੇ ਨਾਰਾਇਣ ਭਗਵਾਨ ਪਰਮੇਸ਼ਰ ਆਏ ਨੇ, ਇਹਨਾਂ ਦੀ ਤੁਸੀਂ ਨਿੰਦਿਆ ਨਹੀਂ ਕਰਨੀ। ਉਹ ਕਹਿਣ ਲੱਗੀ, ਠੀਕ ਹੈ, ਜੇ ਤੁਸੀਂ ਨਿੰਦਿਆ ਕੀਤੀ ਨਾ ਤੇ ਆਪਣੇ ਘਰ ਦੇ ਵਿੱਚੋਂ ਭਗਵਾਨ ਅਲੋਪ ਹੋ ਜਾਣਗੇ। ਉਹ ਕਹਿੰਦੀ, ਜੋ ਤੁਹਾਡਾ ਹੁਕਮ ਹੈ, ਪਰ ਅਕਸਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਇਹ ਚੀਜ਼ ਹੈ ਕਿ ਜੋ ਪਤੀ ਦੇ ਕੋਲ ਧਰਮ ਹੈ ਉਹ ਆਪਣੀ ਪਤਨੀ ਨੂੰ ਨਹੀਂ ਦੇ ਸਕਦਾ। ਜਿਹੜਾ ਪਤਨੀ ਦੇ ਕੋਲ ਧਰਮ ਹੈ ਉਹ ਆਪਣੇ ਪਤੀ ਨੂੰ ਨਹੀਂ ਦੇ ਸਕਦੀ। ਇਹ ਜਿਹੜਾ ਧਰਮ ਹੈ ਇਹ ਇੱਕ ਦੂਜੇ ਨੂੰ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਸੁਨਹਿਰੀ ਪੰਨੇ ਇਤਿਹਾਸ ਦੇ ਆਪ ਜੀ ਆਪਾਂ ਨਿੱਤ ਫਰੋਲਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਦੋ ਸਾਹਿਬਜ਼ਾਦੇ ਨੇ ਗੁਰਤਾ ਗੱਦੀ ਭਾਈ ਲਹਿਣੇ ਨੂੰ ਮਿਲਦੀ ਹੈ। ਸਾਰੀ ਜ਼ਿੰਦਗੀ ਪਿਰਥੀ ਚੰਦ ਮਹਾਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ ਈਰਖਾ ਕਰਦੇ ਰਹੇ, ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਧਰਮ ਨਹੀਂ ਦੇ ਸਕੇ ਸਾਰੀ ਜ਼ਿੰਦਗੀ। ਇਹ ਕਾਫੀ ਇਤਿਹਾਸ ਦੇ ਪੰਨੇ ਆਪਾਂ ਪਹਿਲਾਂ ਦਿਨਾਂ ਦੇ ਵਿੱਚ ਫਰੋਲੇ ਹੋਏ ਨੇ ਕਿ ਧਰਮ ਇੱਕ ਦੂਜੇ ਨੂੰ ਦਿੱਤਾ ਨਹੀਂ ਜਾ ਸਕਦਾ, ਬਾਕੀ ਸਾਰਾ ਸਮਾਜ ਦੇ ਵਿੱਚ ਲੈਣਾ ਦੇਣਾ ਚੱਲਦਾ ਹੈ, ਇਹ ਨਹੀਂ ਦਿੱਤਾ ਜਾ ਸਕਦਾ। ਬਹੁਤੇ ਮਨੁੱਖਾਂ ਦੇ ਖਿਆਲ ਹੁੰਦੇ ਨੇ ਕਿ ਸ਼ਾਇਦ ਕਿਸੇ ਨੂੰ ਦਿੱਤਾ ਜਾ ਸਕਦਾ ਹੋਵੇ, ਪਰ ਐਸਾ ਨਹੀਂ ਹੈ। ਘਰ ਦੇ ਵਿੱਚ ਭਗਵਾਨ ਜੀ ਰਹੇ ਨੇ, ਤਰਲੋਚਨ ਜੀ ਉਹਨਾਂ ਦੀ ਧਰਮ ਸਪਤਨੀ। ਵਾਰੀ ਵਾਰੀ ਤਰਲੋਚਨ ਜੀ ਸਮਝਾਉਂਦੇ ਨੇ ਆਪਣੀ ਪਤਨੀ ਨੂੰ, ਦੇਖੀ ਨਿੰਦਿਆ ਨਾ ਕਰੀ। ਨਿੰਦਿਆ ਕਿਸ ਨੂੰ ਕਹਿੰਦੇ ਨੇ? ਜਾਂ ਤੇ ਗੱਲ ਨੂੰ ਵਧਾ ਕੇ ਕਰਨਾ ਜਾਂ ਗੱਲ ਨੂੰ ਘਟਾ ਕੇ ਕਰਨਾ, ਨਿੰਦਿਆ ਕਹਿੰਦੇ ਨੇ। ਜਾਂ ਗੱਲ ਵਧਾ ਕੇ ਕਰਨੀ
ਜਾਂ ਗੱਲ ਨੂੰ ਘਟਾ ਕੇ ਕਰਨਾ, ਇਸੇ ਨੂੰ ਨਿੰਦਿਆ ਕਹਿੰਦੇ ਨੇ, ਹੋਰ ਕੋਈ ਨਿੰਦਿਆ ਨਹੀਂ ਹੈ। ਤੇ ਇਹ ਜੀਆਂ ਵੱਧਵੀਆਂ ਘਟਵੀਆਂ ਤੇ ਬੰਦਾ ਜੇ ਆਥਣ ਤੱਕ ਕਾਪੀ ਤੇ ਪੈਨ ਚੁੱਕ ਕੇ ਆਪਣੀਆਂ ਲਿਖੀ ਜਾਵੇ, ਆਥਣ ਨੂੰ ਲੱਖ ਹੋ ਜਾਣਗੀ। ਪੂਰੀ ਦੀ ਪੂਰੀ ਗੱਲ ਕੋਈ ਥੋੜ੍ਹੋ ਕਰਦਾ ਹੈ। ਜਾਂ ਤੇ ਗੱਲ ਨੂੰ ਵਧਾ ਕੇ ਕਰੇਗਾ ਜਾਂ ਗੱਲ ਨੂੰ ਘਟਾ ਕੇ ਕਰੇਗਾ। ਤੇ ਜੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਛ ਕਰ ਰਿਹਾ ਹੈ ਨਾ, ਤੇ ਸਮਝ ਲੈਣਾ ਕਿ ਨਿੰਦਿਆ ਲਗਾਤਾਰ ਅਸੀਂ ਕਰ ਰਹੇ ਹਾਂ, ਲਗਾਤਾਰ ਕਰ ਰਹੇ ਹਾਂ। ਤੇ ਨਿੰਦਿਆ ਦਾ ਫਲ ਕੀ ਹੈ? ਫਲ ਕੀ ਹੈ? ਥੋੜਾ ਸਮਾਂ ਬਤੀਤ ਹੋਇਆ, ਭਗਤ ਤ੍ਰਿਲੋਚਨ ਦੇ ਘਰ ਵਾਲੀ ਆਪਣਾ ਕੰਮ ਧੰਦਾ ਘਰਾਂ ਦੇ ਵਿੱਚੋਂ ਕਰਕੇ ਆਂਢੀਆਂ ਗੁਆਂਢੀਆਂ ਦੇ ਘਰ ਦੇ ਵਿੱਚ ਚਲੀ ਜਾਇਆ ਕਰੇ। ਅਕਸਰ ਸਮਾਜ ਦੇ ਵਿੱਚ ਇਹ ਗੱਲ ਬਣੀ ਹੈ, ਆਂਢ ਗੁਆਂਢ ਦੇ ਵਿੱਚ ਜਾ ਕੇ ਬੀਬੀਆਂ ਬੈਠਦੀਆਂ ਹਨ। ਜਿਹੜੇ ਬਜ਼ੁਰਗ ਨੇ ਜਦੋਂ ਦੁਪਹਿਰ ਦਾ ਸਮਾਂ ਕੱਢਣਾ ਹੁੰਦਾ ਹੈ, ਉਹ ਕਦੇ ਇੱਕ ਜਗ੍ਹਾ 'ਤੇ ਸੱਥਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਇੱਕ ਦਿਨ ਨਾਰਾਇਣ ਦੇ ਘਰ ਵਾਲੀ ਆਪਣੇ ਗਵਾਂਢੀਆਂ ਦੇ ਘਰ ਵਿੱਚ ਬੈਠੀ, ਤੇ ਗਵਾਂਢਣ ਨੇ ਪੁੱਛਿਆ, ਕਹਿਣ ਲੱਗੀ ਜਿਹੜੇ ਤੁਹਾਡੇ ਘਰ 'ਚ ਪਰਮਾਤਮਾ ਜੀ ਰਹਿੰਦੇ ਨੇ, ਨਾਰਾਇਣ ਜੀ ਰਹਿੰਦੇ ਹਨ, ਇਹਨਾਂ ਦਾ ਖਾਣਾ ਪੀਣਾ ਕੀ ਹੈ? ਖਾਣਾ ਪੀਣਾ ਕੀ ਹੈ ਇਹਨਾਂ ਦਾ? ਕੀ ਕੁਛ ਖਾਂਦੇ ਪੀਂਦੇ ਨੇ? ਚਲੋ ਕੰਮ ਧੰਦਾ ਵੀ ਚੰਗਾ ਚੋਖਾ ਤੁਹਾਡੇ ਨਾਲ ਕਰਾਉਂਦੇ ਨੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਤ੍ਰਿਲੋਚਨ ਦੇ ਘਰ ਵਾਲੀ ਉਹਨਾਂ ਦੀ ਧਰਮ ਸਪਤਨੀ ਨੇ ਸ਼ੁਰੂ ਕਰ ਲਿਆ ਆਪਣਾ ਕੰਮ। ਕਹਿਣ ਲੱਗੀ ਹੈ, ਭੈਣੇ ਮੈਂ ਤੈਨੂੰ ਕੀ ਦੱਸਾਂ, ਮੈਂ ਤਾਂ ਜਿੰਨੀ ਦਾਲ ਸਬਜ਼ੀ ਬਣਾਉਣੀ ਹੈ ਇਹ ਸਾਰੀ ਦੀ ਸਾਰੀ ਖਾ ਜਾਂਦੇ ਨੇ। ਜਿੰਨਾ ਮੈਂ ਆਪਣੇ ਘਰ ਵਿੱਚ ਆਟਾ ਗੁੰਨ ਲਾਂ, ਸਾਰੇ ਦੇ ਸਾਰੇ ਆਟੇ ਦੀਆਂ ਰੋਟੀਆਂ ਬਣਾ ਕੇ ਖਾ ਜਾਂਦੇ ਨੇ। ਜਿੰਨਾ ਵੀ ਸਾਡੇ ਘਰ ਦੇ ਵਿੱਚ ਦੁੱਧ ਹੁੰਦਾ ਹੈ, ਮਸਾਂ ਪਸ਼ੂਆਂ ਦੀ ਪਾਲਣ ਪੋਸ਼ਣਾ ਕਰਦੇ ਹਾਂ, ਜਿੰਨਾ ਮੈਂ ਦੁੱਧ ਆਪਣੇ ਘਰ ਦੇ ਵਿੱਚ ਸਾਂਭ ਸੰਭਾਲ ਕੇ ਰੱਖਦੀ ਹਾਂ, ਜਿੰਨਾ ਕੁ ਅਸੀਂ ਦੋਨੇ ਜੀ ਪੀ ਲੈਂਦੇ ਹਾਂ, ਜਿੰਨਾ ਬਚ ਜਾਂਦਾ ਬਾਕੀ ਸਾਰੇ ਦਾ ਸਾਰਾ ਦੁੱਧ ਪੀ ਜਾਂਦੇ ਨੇ। ਹੋਰ ਵੀ ਬੜਾ ਉਸਨੇ ਪ੍ਰਚਾਰ ਕੀਤਾ। ਕੀ ਕਰਾਂ, ਮੈਂ ਤੇ ਬੜੀ ਔਖੀ ਹਾਂ, ਸਾਰਾ ਕੁਛ ਹੀ ਖਾਣਾ ਪੀਣਾ ਸਭ ਖਾ ਜਾਂਦੇ ਨੇ। ਇਸ ਤੋਂ ਬਿਹਤਰ ਸੀ ਜੇ ਕਦੇ ਤ੍ਰਿਲੋਚਨ ਨੇ ਕੋਈ ਹੋਰ ਘਰ ਦੇ ਵਿੱਚ ਬੰਦਾ ਰੱਖਿਆ ਹੁੰਦਾ ਕੰਮ ਧੰਦੇ ਵਾਸਤੇ, ਤੇ ਸਾਰਾ ਕੁਛ ਹੀ ਖਾ ਜਾਂਦੇ ਨੇ। ਗਵਾਂਢੀਆਂ ਦੇ ਘਰ ਦੇ ਵਿੱਚ ਜਾ ਕੇ ਕੀਤੀ ਨਿੰਦਿਆ। ਜਿਹੜਾ ਬਚਨ ਭਗਵਾਨ ਨੇ ਕਿਹਾ ਸੀ ਕਿ ਤੁਸੀਂ ਨਹੀਂ ਕਰਨਾ, ਉਹੀ ਤ੍ਰਿਲੋਚਨ ਦੇ ਘਰ ਵਾਲੀ ਨੇ ਕੀਤਾ। ਨਿੰਦਿਆ ਕੀਤੀ ਤੇ ਘਰ ਦੇ ਵਿੱਚੋਂ ਭਗਵਾਨ ਜੀ ਅਲੋਪ ਹੋ ਗਏ। ਸ਼ਾਮ ਦਾ ਟਾਈਮ ਹੋਇਆ। ਜਦ ਸ਼ਾਮ ਦੇ ਟਾਈਮ 'ਤੇ ਆਪਣੇ ਘਰ ਤ੍ਰਿਲੋਚਨ ਵੀ ਆਇਆ, ਉਹਨਾਂ ਦੀ ਧਰਮ ਸਪਤਨੀ ਵੀ ਹੈ, ਭੋਜਨ ਤਿਆਰ ਕੀਤਾ। ਤ੍ਰਿਲੋਚਨ ਕਹਿਣ ਲੱਗਿਆ, ਅੱਜ ਭਗਵਾਨ ਜੀ ਕਿੱਧਰ ਚਲੇ ਗਏ ਨੇ? ਅੱਜ ਭਗਵਾਨ ਕਿੱਥੇ ਹੈ? ਉਹਨਾਂ ਦੀ ਧਰਮ ਸਪਤਨੀ ਕਹਿਣ ਲੱਗੀ, ਅੱਜ ਮੈਨੂੰ ਭਗਵਾਨ ਜੀ ਘਰ ਦੇ ਵਿੱਚ ਮੈਨੂੰ ਵੀ ਨਜ਼ਰ ਨਹੀਂ ਆਏ, ਮੈਨੂੰ ਵੀ ਨਜ਼ਰ ਨਹੀਂ ਆਏ। ਤ੍ਰਿਲੋਚਨ ਜੀ ਉਹ ਕਹਿਣ ਲੱਗੇ, ਤੂੰ ਕਦੇ ਭਗਵਾਨ ਨੂੰ ਕੁਛ ਬੋਲਿਆ ਤੇ ਨਹੀਂ? ਕਿਤੇ ਇਹ ਨਾ ਹੋਵੇ ਕਿ ਭਗਵਾਨ ਅਲੋਪੀ ਹੋ ਗਏ ਹੋਣ। ਉਹਨਾਂ ਦੀ ਧਰਮ ਸਪਤਨੀ ਕਹਿਣ ਲੱਗੀ, ਭਗਤ ਜੀ ਕਿਹੜੀਆਂ ਗੱਲਾਂ ਕਰਦੇ ਹੋ? ਪਤੀ ਗੁਰਦੇਵ
मैं कुछ भगवान नूं आखांगी कदे? ये किवें हो सकदा है? भगवान नूं जिहड़ा होए भगवान उन्हां नूं मैं की आखना है? तरलोचन जी कहंदे गल ते कोई जरूर है। ਐਵੇਂ ਤੇ ਭਗਵਾਨ ਜੀ ਇੰਨਾ ਟਾਈਮ ਹੋ ਗਿਆ ਆਪਣੇ ਘਰ ਦੇ ਵਿੱਚ ਰਹਿੰਦਿਆਂ ਨੂੰ, ਅੱਜ ਤੱਕ ਤੇ ਕਦੇ ਇੰਨਾ ਬਾਹਰ ਨੂੰ ਨਹੀਂ ਗਏ, ਤੇ ਲੱਗਦਾ ਕਿ ਭਗਵਾਨ ਤੇ ਹੁਣ ਆਪਣੇ ਘਰ ਦੇ ਵਿੱਚੋਂ ਅਲੋਪ ਹੋ ਗਏ ਨੇ। ਜਿਹੜਾ ਮਨੁੱਖ ਕਿਸੇ ਦੀ ਨਿੰਦਿਆ ਦੇ ਵਿੱਚ ਲਗਾਤਾਰ ਜੁਟਿਆ ਹੋਇਆ ਹੈ, ਉਸ ਦੇ ਇਸ ਘਰ ਦੇ ਵਿੱਚੋਂ, ਇਸ ਸਰੀਰ ਰੂਪੀ ਘਰ ਦੇ ਵਿੱਚੋਂ ਭਗਵਾਨ ਸਦਾ ਵਾਸਤੇ ਅਲੋਪ ਨੇ, ਸਦਾ ਅਲੋਪ ਨੇ। ਸਤਿਗੁਰੂ ਮਹਾਰਾਜ ਜੀ ਤੇ ਐਲਾਨੀਆਂ ਕਹਿੰਦੇ ਨੇ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਗੁਰਬਾਣੀ ਨੇ ਇਹ ਗੱਲ ਬੜੀ ਸੁੱਧ ਕਰਕੇ ਲਿਖੀ ਹੈ ਸਤਿਗੁਰੂ ਮਹਾਰਾਜ ਜੀਆਂ ਦੇ। ਇਹ ਚਾਰ ਚੀਜ਼ਾਂ ਮੰਨੀਆਂ ਗਈਆਂ ਨੇ ਘਰ ਦੇ ਵਿੱਚ। ਇੱਕ ਆਪਣਾ ਘਰ, ਇੱਕ ਆਪਣੇ ਲੜਕੇ, ਇੱਕ ਆਪਣੀ ਪਤਨੀ ਤੇ ਇੱਕ ਘਰ ਦੇ ਵਿੱਚ ਧਨ। ਇਹ ਚਾਰ ਚੀਜ਼ਾਂ ਮੇਨ ਨੇ। ਤੇ ਗੁਰਬਾਣੀ ਇਹਨਾਂ ਚਾਰ ਚੀਜ਼ਾਂ ਨੂੰ ਸਿੱਧ ਕਰਕੇ ਮਨੁੱਖ ਦੀ ਝੋਲੀ ਦੇ ਵਿੱਚ ਬੜਾ ਵਧੀਆ ਫਲ ਪਾਲਦੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਅੰਤ ਦੇ ਸਮੇਂ ਧਨ ਨੂੰ, ਲక్ష్ਮੀ ਨੂੰ ਯਾਦ ਕਰਦਾ ਮਰੇਗਾ, ਕਿਉਂਕਿ ਜਦੋਂ ਸਾਰੀ ਜ਼ਿੰਦਗੀ ਧਨ ਦੇ ਮਗਰ ਭੱਜਦਾ ਰਿਹਾ ਤੇ ਅੰਤ ਦੇ ਸਮੇਂ ਵੀ ਤੇ ਧਨ ਹੀ ਯਾਦ ਆਵੇਗਾ। ਇਸੇ ਲਈ ਅਗਾਹਾਂ ਵਾਲਾ ਜਿਹੜਾ ਤੇਰਾ ਜਨਮ ਹੈ ਤੈਨੂੰ ਸੱਪ ਦਾ ਮਿਲੂਗਾ, ਸਰਪ ਜੋਨ ਬਲ ਬਲੇ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਬਲ ਬਲੇ ਉਤਰੈ। ਅੰਤ ਦੇ ਸਮੇਂ ਜੇ ਤੂੰ ਆਪਣੇ ਪੁੱਤਰ ਧੀਆਂ ਨੂੰ ਯਾਦ ਕਰਦਾ ਮਰੇਗਾ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅਗਾਹਾਂ ਵਾਲਾ ਜਨਮ ਤੇਰੇ ਵਾਸਤੇ ਸੂਰ ਦਾ ਤਿਆਰ ਪਿਆ ਹੈ, ਸੂਕਰ ਜੋਨ ਬਲ ਬਲੇ ਉਤਰੈ। ਬਹੁਤੇ ਬੱਚੇ ਹੋਣਗੇ ਤੇਰੇ ਮਗਰ ਫਿਰਦੇ ਰਹਿਣਗੇ, ਤੂੰ ਅੱਗੇ ਅੱਗੇ ਫਿਰਦਾ ਰਹੀ। ਇਹ ਦੋ ਤੋਂ ਬਾਅਦ ਗੁਰੂ ਸਾਹਿਬ ਜੀ ਮਹਾਰਾਜ ਤੀਸਰਾ ਵਚਨ ਕਰਦੇ ਨੇ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਗੁਰਬਾਣੀ ਦਾ ਇਹ ਸ਼ਬਦ ਨਾ ਹੁੰਦਾ ਤੇ ਕਿਸੇ ਵੀ ਮਨੁੱਖ ਦੇ ਵਿੱਚ ਐਡੀ ਵੱਡੀ ਪਹੁੰਚ ਨਹੀਂ ਸੀ ਕਿ ਐਡੀ ਵੱਡੀ ਸੱਚਾਈ ਕੋਈ ਬੋਲ ਜਾਂਦਾ। ਵਾਰੇ ਵਾਰੇ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ, ਜਿਨ੍ਹਾਂ ਨੇ ਮਨੁੱਖ ਦੇ ਇੰਨਾ ਸਪਰਿਟ ਭਰ ਦਿੱਤਾ ਕਿ ਸੱਚ ਬੋਲ ਸਕਦਾ ਹੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਮੰਦਰ ਕਿਸ ਨੂੰ ਕਹਿੰਦੇ ਨੇ? ਮੰਦਰ ਕਹਿੰਦੇ ਨੇ ਸਾਡੇ ਘਰ ਨੂੰ, ਮਕਾਨ ਨੂੰ। ਮੰਦਰ ਕਿਸ ਨੂੰ ਕਹਿੰਦੇ ਨੇ? ਐਸ ਸਰੀਰ ਨੂੰ। ਹਰ ਮੰਦਰ ਇਹੋ ਸਰੀਰ ਹੈ। ਮੰਦਰ ਇੱਥੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸਾਡੇ ਘਰ ਨੂੰ, ਸਾਡੇ ਮਕਾਨ ਨੂੰ। ਜੇ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੇ ਮਕਾਨ ਦੇ ਵਿੱਚ ਰਹੇ, ਪੂਰਨ ਸੱਚਾਈ ਮੈਂ ਗੁਰੂ ਦੇ ਸ਼ਬਦ ਦੀ ਆਪ ਜੀਆਂ ਦੇ ਸਾਹਮਣੇ ਰੱਖਣੀ ਹੈ, ਜਿਹੜੇ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੇ ਮਕਾਨ ਦੇ ਵਿੱਚ ਰਹੇ ਨਾ, ਅਗਰ ਬਾਈ ਜੇ ਇਸ ਮਕਾਨ ਨੂੰ ਯਾਦ ਕਰਦਾ ਕਰਦਾ ਮਰ ਗਿਆ, ਚੇਤੇ ਰੱਖਣਾ ਮਕਾਨ ਬਣਾਇਆ, ਉਸ ਤੋਂ ਬਾਅਦ ਫਿਰ ਉਹਨਾਂ ਦਾ ਵੰਡ ਵੰਡਾਰਾ ਕਰਕੇ ਪੁੱਤਰਾਂ ਨੂੰ ਦਿੱਤਾ ਹੈ।
ਪੁੱਤਰਾਂ ਨੂੰ ਦੇ ਕੇ ਵੀ ਵਿੱਚ ਕਬਜ਼ਾ ਆਪਣਾ ਰੱਖਦਾ ਬੰਦਾ। ਇਹ ਜਗ੍ਹਾ ਮੇਰੀ ਹੈ, ਭਾਵੇਂ ਕਿੱਡੀ ਵੀ ਵੱਡੀ ਉਮਰ ਹੋ ਜੇ, ਫਿਰ ਵੀ ਕਹਿੰਦਾ ਕਿ ਜਗ੍ਹਾ ਮੇਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ 3.5 ਹੱਥ ਤੇਰੀ ਸੀਵਾ, ਇਹ ਧਰਤੀ ਦੇ ਸਾਰੇ ਟੁਕੜੇ ਤੇ 3.5 ਹੱਥ ਜਗ੍ਹਾ ਤੈਨੂੰ ਮਿਲਣੀ ਹੈ, ਇਸ ਤੋਂ ਇਲਾਵਾ ਕੁਝ ਨਹੀਂ ਮਿਲਣਾ। ਅੰਤ ਕਾਲ ਜੋ ਮੰਦਰ ਸਿਮਰੈ, ਸਾਰੀ ਜ਼ਿੰਦਗੀ ਆਪਣੇ ਘਰ ਮਕਾਨ ਦੇ ਵਿੱਚ ਰਹਿ, ਉਹਦੇ ਨਾਲ ਬੜਾ ਨੇਹੋ ਕਰਦਾ ਰਿਹਾ, ਬੜਾ ਤੇਰਾ ਪਿਆਰ ਆ ਉਸ ਦੇ ਨਾਲ, ਛੱਡਦਾ ਨਹੀਂ ਆ, ਉਸ ਨੂੰ ਨਹੀਂ ਛੱਡਦਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤ ਦੇ ਸਮੇਂ ਜਿਹੜਾ ਬੰਦਾ ਆਪਣੇ ਘਰ ਦੇ ਮਕਾਨ ਨੂੰ ਵਾਰੀ-ਵਾਰੀ ਚੇਤੇ ਕਰਦਾ ਰਵੇ, ਆ ਮੈਂ ਬਣਾਇਆ ਸੀ, ਇਹ ਮੈਂ ਹੁਣ ਬਣਾਇਆ, ਇਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਬਣਾਉਣਾ ਹੈ, ਬੜਾ ਸੋਹਣਾ ਮਕਾਨ ਬਣਾਇਆ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਸਾਰੀ ਜ਼ਿੰਦਗੀ ਇਹਦੇ ਵਿੱਚ ਰਹਿ ਤੇ ਸਾਰੀ ਜ਼ਿੰਦਗੀ ਅੰਤ ਦੇ ਟਾਈਮ ਤੇ ਇਹ ਤੇਰੇ ਮਕਾਨ ਚੇਤੇ ਆਵੇਗਾ। ਤੇ ਫਿਰ ਸਮਝ ਲੈ, ਪ੍ਰੇਤ ਜੋਨ ਵਲ ਵਲ ਅਵਤਰੈ। ਜਿਹੜੇ ਭੂਤਾਂ ਪ੍ਰੇਤਾਂ ਦੀ ਗੱਲ ਦੁਨੀਆ ਕਰਦੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੋਂ ਵੀ ਪੁੱਛ ਲਓ। ਕਹਿੰਦੇ ਨਹੀਂ ਕੋਈ ਸਿਆਣਾ ਬੰਦਾ ਹੁੰਦਾ ਜਿਨ੍ਹਾਂ ਕੋਲੇ ਜਾਂਦੇ ਨੇ ਦੁਨੀਆ, ਤੇਰੇ ਮਗਰ ਤੇ ਪ੍ਰੇਤ ਲੱਗਿਆ ਹੋਇਆ ਹੈ, ਤੇਰੇ ਮਗਰ ਤੇ ਭੂਤ ਲੱਗਿਆ ਹੋਇਆ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ ਕਿੱਥੇ ਨੇ ਭੂਤ ਤੇ ਪ੍ਰੇਤ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਵਲ ਵਲ ਅਵਤਰੈ। ਅੰਤ ਦੇ ਸਮੇਂ ਜੇ ਆਪਣੇ ਘਰ ਮਕਾਨ ਨੂੰ ਚੇਤੇ ਕਰਦਾ ਮਰ ਗਿਆ ਨਾ, ਮਰਨ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਪ੍ਰੇਤ ਬਣ ਬਣ ਕੇ ਵੀ ਉਸੇ ਮਕਾਨ ਦੇ ਵਿੱਚ ਰਹੇਗਾ, ਤੂੰ ਵਾਰੀ ਵਾਰੀ ਉਸੇ ਮਕਾਨ ਦੇ ਵਿੱਚ ਰਹੇਗਾ ਤੇ ਆਪਣੇ ਬੱਚਿਆਂ ਨੂੰ ਤੜਫਾਵੇਂਗਾ। ਭੂਤ ਪ੍ਰੇਤ ਕਦੇ ਬਾਹਰੋਂ ਆਉਂਦੇ ਨੇ, ਘਰੀ ਨੇ, ਕਈ ਮਰ ਕੇ ਭੂਤ ਪ੍ਰੇਤ ਬਣਦੇ ਨੇ, ਕਈ ਜਿਉਂਦੇ ਪ੍ਰੇਤ ਨੇ, ਕਈ ਜਿਉਂਦੇ ਪ੍ਰੇਤ ਵੀ ਘਰਾਂ ਦੇ ਵਿੱਚ ਅੱਕ ਲੱਗੇ ਹੋਏ ਨੇ। ਉਹ ਨਾ ਆਪ ਰੋਟੀ ਖਾਂਦੇ ਨੇ, ਨਾ ਆਪਣੇ ਬੱਚਿਆਂ ਨੂੰ, ਨਾ ਔਲਾਦ ਨੂੰ, ਕਿਸੇ ਨੂੰ ਰੋਟੀ ਖਾਣ ਤੱਕ ਵੀ ਨਹੀਂ ਦਿੰਦੇ, ਜਿਉਂਦੇ ਪ੍ਰੇਤ ਅੱਕ ਲੱਗੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਪ੍ਰੇਤ ਬਣ ਕੇ ਮਰਨ ਤੋਂ ਬਾਅਦ ਵੀ ਉਸੇ ਘਰ ਦੇ ਵਿੱਚ ਤੇਰੀ ਆਤਮਾ ਭਟਕਦੀ ਰਹੂਗੀ। ਤੇ ਭਟਕਦੀ ਹੋਈ ਆਤਮਾ ਦਾ ਖੁਰਾਕ ਕੀ ਹੈ? ਸ਼ਮਸ਼ਾਨ ਘਾਟ ਦੇ ਕੋਲੇ ਨੇ, ਕੁਝ ਵੀ ਨਹੀਂ ਹੈ। ਤੀਜੀ ਵਸਤੂ, ਚੌਥੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਸਿੱਧ ਕੀਤੀ ਹੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਜੇ ਅੰਤ ਦੇ ਸਮੇਂ ਤੇਰੇ ਦਿਮਾਗ ਦੇ ਵਿੱਚ ਇਸਤਰੀ ਰਹਿੰਦੀ ਰਹੀ, ਭਾਵੇਂ ਉਹ ਤੇਰੀ ਧਰਮ ਸਪਤਨੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਉਧਰੋਂ ਤੇਰੇ ਇਸਤਰੀ ਚੱਲ ਰਹੀ ਹੈ ਦਿਮਾਗ ਦੇ ਵਿੱਚ ਤੇ ਉਧਰੋਂ ਤੇਰੇ ਪ੍ਰਾਣ ਛੁੱਟ ਜਾਣ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹੋਵੇ ਇਸਤਰੀ ਭਾਵੇਂ ਕੋਈ ਵੀ ਹੋਵੇ, ਜੇ ਤੇਰੇ ਦਿਮਾਗ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਤਾਂ ਉਧਰੇ ਤੇਰੇ ਪ੍ਰਾਣ ਛੁੱਟ ਗਏ, ਅਗਾਹਾਂ ਵਾਲਾ ਜਨਮ ਤੈਨੂੰ ਬੇਸਵਾ ਦਾ ਤੇਰੇ ਵਾਸਤੇ ਤਿਆਰ ਪਿਆ ਹੈ। ਪੂਰਨ ਸਚਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸ਼ਬਦਾਂ ਦੀ ਆਪ ਜੀਆਂ ਦੇ ਸਾਹਮਣੇ ਰੱਖੀ ਹੈ। ਤੇ ਚਾਰ ਹੀ ਚੀਜ਼ਾਂ ਮੇਨ ਨੇ ਘਰ ਦੇ ਵਿੱਚ, ਔਲਾਦ, ਧਨ, ਪਤਨੀ ਤੇ ਆਪਣਾ ਘਰ। ਇਹ ਚਾਰੇ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਬੜੀਆਂ ਸਿੱਧ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤੋ ਤਿਰਲੋਚਨ ਦੀ ਧਰਮ ਸਪਤਨੀ ਕਹਿਣ ਲੱਗੀ ਨਿੰਦਿਆ ਨਾਰਾਇਣ ਦੀ, ਮੈਂ ਤੇ ਕਦੇ ਨਹੀਂ ਕੀਤੀ, ਬਿਲਕੁਲ ਵੀ। ਤਿਰਲੋਚਨ ਇਸ ਗੱਲ ਤੇ ਸਿਆਣਾ ਸੀ, ਕਹਿਣ ਲੱਗਿਆ ਨਹੀਂ, ਤੂੰ ਮੈਨੂੰ ਇੱਕ ਬਚਨ ਦੱਸ ਦੇ ਕਿ ਅੱਜ ਦਿਨੇ ਤੋਂ ਕਿੱਥੇ ਸੀ? ਉਹ ਕਹਿੰਦੀ ਦਿਨੇ ਕਿੱਥੇ ਜਾਣਾ ਹੁੰਦਾ ਹੈ, ਆਹੀ ਆਂਢ ਗੁਆਂਢ ਦੇ ਵਿੱਚ ਜਾ ਕੇ ਦਿਨ ਟਪਾ ਲੈਂਦਾ।
फिर त्रिलोचन कहता फिर गवांढियां दे घर जाके फिर घर की गल ना कीती होवे, ये तो हो नहीं सकता, ये तो हो नहीं सकता। त्रिलोचन कह लग्या गवांढियां दे घर दे विच जाके तू अपने घर की गल ना कीती होवे, ये तो हो नहीं सकता। जरूर तू कोई ना कोई अज बचन करके आई है, दस मैनू जरा कि गवांढियां दे घर दे विच की गल्लां करके आई है। वो कह लगी मैं तो इवें एक दो गल्लां कीतियां सी कि जिन्ना आटा बनाउने आ वो सारे दा सारा भोजन छक जाते हैं, सारी दाल सब्जी छक जाते हैं, सारा दुध पी जाते हैं। त्रिलोचन कह लग्या इत्थे यही गल भगवान ने पहलां कही सी कि तुसी मेरी निंदा ना करियो। फिर भगत त्रिलोचन ने उत्थे बड़ा कठिन शब्द उच्चारण किया, गुरबाणी दे विच दर्ज है, नारायण निंदस काहे भुली गवारी, दुकृत सुकृत थारो करमरी। ऐ मेरी नार गवारे तो क्यों अज नारायण की निंदा की। अपनी नार नूं गवार कहते ने भगत जी। नारायण निंदस काहे भुली गवारी, दुकृत सुकृत थारो करमरी। अज तो भगवान की निंदा की है, जेड़े कारण तो भगवान ने रोकया सी तू नहीं रुक सकी, ते भगवान अज सदा वास्ते अपने घर दे विचों अलोप हो गए ने। हुण वापसी पर भगवान का आउणा कदे रब्बे सबबी होवेगा। निंदिया का फल हर एक मनुख के झोली दे विच पैंदा, जिहड़े निंदक बन जाते हैं। ते निंदिया करते कौन ने? जिन्हां दियां नज़रां कुछ होर होण ते नज़रिए कुछ होर होण, बाहरों कुछ होर दिखाई देवन, अंदरों कुछ होर होवन। बाहरों ते निरा बिल्कुल सियाणे लगन, अंदरों जिहड़े बिल्कुल पागल होंदे ने। निंदिया ते वो करते हैं। गुरु ग्रंथ साहिब जी महाराज ते ऐलानियां कहते हैं, निंदा भली किसै की नाही, मनमुख मुग्ध करन, मोह काले तिना निंदका नरके घोर पवन। किसे दी भी निंदा जिहड़ी है वो भली नहीं है, किसे दी भी निंदा भली किसै की नाही, मनमुख मुग्ध करन। कोई भी समाज दे सृष्टि सिरजना की हुई है, सारी सृष्टि दे विचों किसे दी भी निंदा करनी भली नहीं है। गुरु ग्रंथ साहिब जी महाराज जी बचन कहते हैं, किसे दी भी निंदा भली किसै की नहीं। असी किसे दी भी गल ना करिए, ना वधवी करिए, ना घटवी करिए, किसे दी भी ना करिए, ना कुत्ते दी करिए, ना बिल्ले दी करिए, ना गधे दी करिए, ना कां दी करिए, ना बंदे दी करिए, ना पशु दी करिए, ना पंछी दी करिए, ना बनस्पति दी। असी किसे दी भी वधवी घटवी गल ना करिए। ये किवें हो जाऊगा? ये किवें हो जाऊगा? असी तो जिथे भी बैठना है, जिथे भी खड़ना है, जिथे भी सोना है, जो भी करना है, वधवी घटवी गल करे बिना तो साथों रहा ही नहीं जाता। तो गुरु ग्रंथ साहिब जी महाराज का अमोलक बचन है, आप जी इस बचन को पूर्ण रूप दे विच चेते विच रखियो, क्योंकि कोई जरूरी नहीं है असी अद्धा पौना घंटे की जिहड़ी कथा करते हैं भी सारी कथा साडे चेते विच रहे। नहीं, एक बचन भी एक दिन का चेते रह गया, जिंदगी का बेड़ा बनने लग जाऊगा, बनने लग जाऊगा। एको ही बचन, निंदा भली किसै की नाही, मनमुख मुग्ध करन। गुरु ग्रंथ साहिब जी महाराज फिर इत्थे ही नहीं रुकते भी इन्नी क गल कह के सारता भी भाई जिन्नी सारी सृष्टि साजी है, सारी साजी सृष्टि दे विचों गुरमुखा तू किसी की निंदा नहीं करनी। ते निंदा उहनूं कहंदे ने जिहड़ी गल नूं वधा के करना जां गल नूं घटा के करना। वड्डी गल नूं छोटापन देना ते छोटी गल नूं वड्डापन देना, उहनूं निंदा कहंदे ने। आप जी इस चीज़ नूं भी गहरा ले लेना।
छोटी गल नूं वधा के वड्डी करके कहना वो भी निंदिया है। एक बहुत वड्डी गल नूं छोटी जी करके कह देना ये भी बहुत वड्डी निंदिया है। गल नूं वधा के करनी, गल नूं घटा के करनी, इहनूं निंदिया कहंदे ने। ते गुरु ग्रंथ साहिब जी महाराज इस वचन करते हैं कि इहो जी निंदिया, गल नूं वधाउणा घटाउणा सारी सृष्टि दे विचों तूं किसी दी भी नहीं करनी। निंदा भली किसै की नाही, किसै की भाव किसे दी भी, ना बंदे दी, ना औरत दी, ना बच्चे दी, ना बुढ़े दी, ना किसे पशु पंछी दी, किसे दी भी निंदिया नहीं करनी। किसे दी भी गल नूं वधा के घटा के नहीं करना। ये गल हुण असीं आपां सोचनी है कि असीं किन्नियां क गल्लां वधा के करदे हां ते किन्नियां क गल्लां घटा के करदे हां। ते गुरु ग्रंथ साहिब जी महाराज सुचेत करते हैं किसी दी नहीं करनी निंदिया। फिर इत्थे ही बस नहीं, गुरु ग्रंथ साहिब जी महाराज कठिन शब्द भी वरतते हैं, सख्त शब्द। निंदा भली किसै की नाही, मनमुख मुग्ध करन। अगाहां वाला वचन भी ध्यान नाल सुन लियो। मोह काले तिन्ना निंदकां नरके घोर पवन। जेड़े गुरु ग्रंथ साहिब नूं असीं मत्था टेकदे हां ना, ये उसे गुरु ग्रंथ साहिब जी महाराज के वचन ने। जे तूं सारी जिंदगी गल नूं घटा के करदा रहा, वधा के करदा रहा, भावें किसी पशु की होवे, पंछी की होवे, बंदे की होवे, औरत की होवे, बच्चे की होवे, बुढ़े की होवे, धरती की होवे, आसमान की होवे, जे गल नूं वधा के घटा के करदा रहा, गुरु ग्रंथ साहिब जी महाराज ऐलानियां कहंदे ने कि उन्हां बंदियां दे इन्हां दोने जहानां दे विच, लोक अते परलोक दे विच, दोने जहानां दे विच उन्हां बंदियां दा मूँह काला होऊगा। मोह काले तिन्ना निंदकां इत्थे ही वसनी, नरके घोर पवन। उन्हां दा पक्का वासा नरकां दे विच होऊगा। नरकां दे विच की है? मारां पैंदियां ने। ਉਹ नरकां दे विच जमां दियां मारां पैंदियां ने। ऐ नरक दे विच, दुनियादारी दे नरक दे विच बच्चों तो मारां पैंदियां ने, चार चफेरियां तो मारां पैंदियां ने। कदे क्रोध खिच लैंदा है, कदे लोभ खिचदा है, कदे हंकार खिचदा है, कदे बंदे नूं किधरों मार पैंदी है, कदे किधरों मार पैंदी है। इत्थे भी मारां पैंदियां ने, इत्थे भी मूँह काला है, अगाहां वाले जहान दे विच भी मूँह काला ही होगा। गुरु ग्रंथ साहिब जी महाराज जियां दा वचन है। इन बिन गुरु ग्रंथ साहिब जी महाराज जियां दे वचन ने, कोई इन्हां दे विच वाध घट नहीं है। जेड़े मनुख ऐसा कर्म करते हैं, निंदिया करते हैं, गल नूं वधा के करनी, गल नूं घटा के करनी, इनू निंदिया कहते हैं। तो मनुख ते कोई हो ही नहीं सकता। लखां की गिनती, खैर करोड़ां की गिनती दे विचों कोई एक अद्धा मनुख ऐसा होगा जिहड़ा इहो जी गल ना करदा हो, ना वधा के करे ना घटा के करे। तो गुरु ग्रंथ साहिब जी महाराज अज सुचेत करते हैं। असी कहने ना बाणी असी पढ़ते हैं, बाणी सुनते हैं। बाणी पढ़न का, बाणी सुनन का सानू ये लाभ है जे सानू पता लगे कि गुरु ग्रंथ साहिब जी महाराज सानू अज किहड़ी गल तो सुचेत करना चाहते हैं अज। पर असी बाणी पढ़ भी लैने आ, बाणी सुन भी लैने आ। जिथे गल मनण दी आ जाती है, मनते मुनते नहीं असी गल किसी की। अज तो जां तां रिश्तेदारां दी गल मन लांगे, जां किसी साग संबंधी दी मन लांगे, अपने मित्र दोस्त की गल मन लांगे, पत्नी की गल मन लांगे, पति की गल मन लांगे, माँ प्यो की गल मन लांगे। जिथे गुरु ग्रंथ साहिब जी महाराज दियां दी गल मनण दी गल आउंदी है, बिल्कुल भी नहीं मनते, इनकारी। तो गुरु ग्रंथ साहिब जी महाराज जियां दे कहे हुए वचन हर एक मनुख की जिंदगी दे विच लागू होंदे ने, भावें कोई मन्ने चाहे ना मन्ने। गुरु ग्रंथ साहिब जी महाराज अज सुचेत करते हैं। तो गुरु साहिब जी महाराज कहते मोह काले तिन्ना निंदका नरके घोर पवन। ऐसे बंदियां दा इत्थे भी नरक दे विच वास है, अगाहां वाले जहान दे विच भी नरक दा वासा होऊगा जिहड़े बंदे गल्लां नूं वधा के घटा के वधा के घटा के करदे ने। नारायण निंद सकाहे भुली गवारी, दुकृत सुकृत थारो कर्मनी।
भगत त्रिलोचन जी कहन लगे, क्यों तू भुल गई नार गवारे, अज निंदिया नारायण दी करी। अज गवांढियां दे घर दे विच जाके नारायण दी निंदिया कराई है, अज नारायण अलोप हो गए ने घर दे विचों। ते जिन्हां दी ये देही आदेही सदा निंदिया दे विच वाधा घाटियां गल्लां करदी रहिंदी है, घट करनी, वधा के करनी, घटा के करनी, ये देही दे विच भगवान कित्थे रहणगे? छड्डिया कोई कोना इस देही दे विच जिथे भगवान वस जाण, जां घर दे विच कोई कोना इहो जिहा छड्डिया है जिहड़े कोने दे विच बह के किसे दी निंदिया ना कीती होवे? कोई घर दे विच कोना नहीं है, कोई साडी देही दे विच कोना नहीं छड्डिया जिथे भगवान बह के कोई ना कोई सानू बचन सुना सकन। तो गुरु साहिब जी महाराज कहते हैं कि कदे भी भुल के भी किसी की निंदिया ना करियो, वरना ये जीवन इन्ना बर्बाद हो जाना, इत्थे भी मूँह काला होना है, तो अगाहां वाले जहान दे विच भी मूँह काला होना है। गुरु साहिब जी महाराजियां दे ये बड़े सख्त शब्द ने, जिहड़े हर एक मनुख नूं सुन लेने चाहिए ने, ते हर एक मनुख नूं अपनी जिंदगी दे विच मन लेने चाहिए ने। गुरु साहिब जी महाराज किरपा करन। समाप्ति का समा। भुल्लां चुक्कां दी खिमा, आईयां संगतां दा धन्नवाद। प्रेम दे नाल सारी संगत बुलायो। फतेह। वाहिगुरू जी का खालसा, वाहिगुरू जी की फतेह। तू